हेलो एवरीवन, वेलकम टू द चैनल। इस वीडियो 'ਚ ਆਪਾਂ ਕਰਾਂਗੇ ਸੈਲ ਸਾਈਕਲ ਦੀ डिटेल्ड ਥਿਊਰੀ ਬਾਰੇ। ਸੋ ਸਭ ਤੋਂ ਪਹਿਲੇ ਹੈ ਸੈਲ ਸਾਈਕਲ ਹੁੰਦਾ ਕੀ ਹੈ। ਹੁਣ ਸੈਲ ਸਾਈਕਲ ਜੋ ਹੈ ਇਹ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਕਿ ਜਿਹੜਾ ਸੈੱਲ ਦੇ ਜਿੰਨੇ ਵੀ ਪਾਰਟਸ ਹੁੰਦੇ ਆ, ਜਿੱਦਾਂ ਕਿ ਸੈੱਲ ਦਾ ਮੇਨ ਮੈਟੀਰੀਅਲ ਹੋ ਗਿਆ, ਜੀਨਸ ਵਗੈਰਾ ਹੋ ਗਏ, ਉਹ ਡੁਪਲੀਕੇਟ ਕਰਦੇ ਆ ਔਰ ਹੋਰ ਪ੍ਰੋਟੀਨ ਵਗੈਰਾ ਬਣਾਉਂਦੇ ਹੈਗੇ ਆ ਤਾਂ ਕਿ ਜੈਨੇਟਿਕ ਮੈਟੀਰੀਅਲ ਦੀਆਂ ਕਾਪੀਜ਼ ਬਣ ਸਕਣ ਔਰ ਐਂਡ ਦੇ ਵਿੱਚ ਉਹ ਡਿਵਾਈਡ ਹੋ ਜਾਂਦੇ ਆ ਔਰ ਨਵੀਂ ਸੈਲਸ ਦੇ ਵਿੱਚ ਪਾਸ ਹੋ ਜਾਂਦੇ ਆ। ਉਹਨੂੰ ਆਪਾਂ ਬੋਲਦੇ ਪੂਰੀ ਸੀਕੁਐਂਸ ਨੂੰ ਸੈਲ ਸਾਈਕਲ। ਹੁਣ ਜਿੱਦਾਂ ਇੱਕ ਸੈੱਲ ਹੈ, ਉਹਦੇ ਅੰਦਰ ਜੋ ਵੀ ਜੈਨੇਟਿਕ ਮੈਟੀਰੀਅਲ ਹੈ, ਹੁਣ ਉਹ ਡਿਵਾਈਡ ਕਰਕੇ ਨਵੀਂ ਸੈੱਲ ਜਦੋਂ ਬਣਾਏਗਾ ਤਾਂ ਨਵੀਂ ਸੈੱਲ ਦੇ ਵਿੱਚ ਵੀ ਤਾਂ ਉਹ ਜੈਨੇਟਿਕ ਮੈਟੀਰੀਅਲ ਜਾਣਾ ਚਾਹੀਦਾ ਹੈ। ਹੁਣ ਉਹੀ ਜੈਨੇਟਿਕ ਮੈਟੀਰੀਅਲ ਜਿਹੜਾ ਹੈਗਾ ਉਹ ਉਹਦੀਆਂ ਕੁਛ ਹੋਰ ਕਾਪੀਜ਼ ਬਣੀਆਂ ਹੋਣਗੀਆਂ ਤਾਂ ਹੀ ਤਾਂ ਅੱਗੇ ਡਾਟਰ ਸੈੱਲ ਦੇ ਵਿੱਚ ਪਾਸ ਹੋ ਪਾਏਗੀਆਂ। ਸੋ ਇਸ ਕਰਕੇ ਉਹ ਪ੍ਰੋਸੈਸ ਜਿਹਦੇ ਵਿੱਚ ਕਿ ਇੱਕ ਸੈੱਲ ਜੋ ਹੈ ਉਹ ਆਪਣੇ ਆਪ ਨੂੰ ਪ੍ਰੀਪੇਅਰ ਕਰਦਾ ਆ ਡਿਵੀਜ਼ਨ ਦੇ ਲਈ, ਤਾਂ ਕਿ ਉਹ ਆਪਣੇ ਜੈਨੇਟਿਕ ਮੈਟੀਰੀਅਲ ਨੂੰ ਜਾਂ ਆਪਣੀਆਂ ਔਰਗੇਨਿਲੀਜ਼ ਨੂੰ ਅੱਗੇ ਵਾਲੇ ਸੈੱਲ ਤੱਕ ਪਹੁੰਚਾ ਸਕੇ। ਉਸ ਪੂਰੀ ਸੀਕੁਐਂਸ ਨੂੰ ਅਸੀਂ ਸੈੱਲ ਸਾਈਕਲ ਕਹਿ ਦਿੰਦੇ ਹਾਂ। ਹੁਣ ਸੈੱਲ ਸਾਈਕਲ ਜਿਹੜਾ ਹੈ ਉਹਦੇ ਕਈ ਫੇਜ਼ਸ ਹੁੰਦੇ ਆ, ਜਿਹਦੇ ਦੌਰਾਨ ਸੈੱਲ ਜਿਹੜਾ ਪਹਿਲੇ ਆਪਣੇ ਆਪ ਨੂੰ ਪ੍ਰੀਪੇਅਰ ਕਰਦਾ ਆ ਡਿਵੀਜ਼ਨ ਦੇ ਲਈ ਔਰ ਐਂਡ 'ਚ ਉਹ ਡਿਵਾਈਡ ਹੋ ਕੇ ਨਿਊ ਸੈੱਲਸ ਬਣਾ ਦਿੰਦਾ ਆ। ਸੋ ਸਟਾਰਟ ਕਰਦੇ ਹਾਂ। growth and reproduction of all organisms depend upon the division and enlargement of cells। ਕਿ ਕੋਈ ਵੀ ਔਰਗੇਨਿਜ਼ਮ ਹੈ ਉਹਦੀ ਰਿਪਰੋਡਕਸ਼ਨ ਜਾਂ ਗਰੋਥ ਕਿਹਦੇ 'ਤੇ ਡਿਪੈਂਡ ਕਰਦੀ ਹੈਗੀ ਆ ਕਿ ਜਿਹੜੇ ਸੈੱਲ ਆ ਉਹ ਡਿਵਾਈਡ ਹੋ ਰਹੇ ਆ ਔਰ ਉਹਨਾਂ ਸੈਲਸ ਦੀ ਗਰੋਥ ਹੋ ਰਹੀ ਆ, ਤਾਂ ਹੀ ਕੋਈ ਔਰਗੇਨਿਜ਼ਮ ਜਿਹੜਾ ਉਹ ਗਰੋ ਕਰ ਪਾਉਂਦਾ। ਹੁਣ ਜਿੱਦਾਂ ਆਪਾਂ ਜਦੋਂ ਬਰਥ ਹੋਇਆ ਹੁੰਦਾ ਆਪਣੀ ਹਾਈਟ ਕਾਫੀ ਛੋਟੀ ਹੁੰਦੀ ਆ, ਹੌਲੀ ਹੌਲੀ ਕਰਕੇ ਹਾਈਟ ਜਿਹੜੀ ਹੈਗੀ ਆ ਉਹ ਵੱਧਦੀ ਆ। ਕਿਉਂਕਿ ਸੈੱਲ ਗਰੋਥ ਕਰਦੇ ਹੈਗੇ, ਸੈੱਲ ਐਨਲਾਰਜ ਕਰਦੇ ਹੈਗੇ ਆ। ਠੀਕ ਹੈ, ਸੋ ਇਹ ਜ਼ਰੂਰੀ ਪ੍ਰੋਸੈਸ ਆ, ਇੰਪੋਰਟੈਂਟ ਪ੍ਰੋਸੈਸ ਹੈਗੀ ਆ ਇਹ। ਨੈਕਸਟ ਹੈ ਮੈਕੈਨਿਜ਼ਮ of the division and multiplication of cell together constitute the cell reproduction। ਜਦੋਂ ਸੈੱਲ ਡਿਵਾਈਡ ਵੀ ਕਰਦਾ ਆ ਔਰ ਬਹੁਤ ਸਾਰੇ ਸੈੱਲ, ਹੁਣ ਇਹ ਸੈੱਲ ਹੈ ਪੇਰੈਂਟ ਸੈੱਲ, ਇਹ ਡਿਵਾਈਡ ਹੋਏਗਾ, ਡਾਟਰ ਸੈੱਲ ਬਣਾਏਗਾ, ਫਰਦਰ ਇਹੀ ਡਾਟਰ ਸੈੱਲਸ ਅੱਗੇ ਡਿਵਾਈਡ ਹੁੰਦੇ ਆ ਤਾਂ ਬਹੁਤ ਸਾਰੇ ਸੈੱਲਸ ਬਣਦੇ ਹੈਗੇ ਆ। ਹੁਣ ਇਹ ਜਿਹੜੇ ਸਾਰੇ ਸੈੱਲਸ ਦੀ ਡਿਵੀਜ਼ਨ ਮਲਟੀਪਲੀਕੇਸ਼ਨ ਹੈਗੀ ਆ, ਇਹਨੂੰ ਅਸੀਂ ਬੋਲ ਦਿੰਦੇ ਹਾਂ ਸੈੱਲ ਰਿਪਰੋਡਕਸ਼ਨ। ਇਸ ਦੌਰਾਨ ਸੈੱਲ ਰਿਪਰੋਡਿਊਸ ਕਰਦਾ ਆ। ਫਿਰ ਹੈ ਕਿ ਸੈੱਲ ਸਾਈਕਲ ਦੇ ਵਿੱਚ ਹੁਣ ਫੇਜ਼ਸ ਕਿਹੜੇ ਹੁੰਦੇ ਆ। ਠੀਕ ਹੈ, ਫੇਜ਼ ਜਿਹੜੇ ਹੈਗੇ ਆ ਉਹ ਮੇਨ ਪਹਿਲੇ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਆ ਇੰਟਰਫੇਜ਼, ਠੀਕ ਹੈ, ਦੂਸਰਾ ਹੁੰਦਾ ਆ ਐਮ ਫੇਜ਼। ਇੰਟਰਫੇਜ਼ ਜਿਹੜਾ ਹੈਗਾ ਇਹ ਪ੍ਰੀਪੇਅਰਿੰਗ ਫੇਜ਼ ਆ, ਇਹਦੇ ਵਿੱਚ ਪ੍ਰੀਪੇਅਰ ਹੁੰਦਾ ਆ ਸੈੱਲ ਆਪਣੇ ਆਪ ਨੂੰ ਡਿਵਾਈਡ ਕਰਨ ਲਈ ਪ੍ਰੀਪੇਅਰ ਹੋ ਰਿਹਾ। ਔਰ ਐਮ ਫੇਜ਼ ਇਹਨੂੰ ਅਸੀਂ ਬੋਲਦੇ ਹਾਂ ਮਾਈਟੋਸਿਸ ਫੇਜ਼। ਠੀਕ ਹੈ, ਮਾਈਟੋਸਿਸ ਫੇਜ਼ ਬੋਲਦੇ ਹਾਂ। ਇਹਦੇ ਵਿੱਚ ਸੈੱਲ ਜਿਹੜਾ ਉਹ ਕੰਪਲੀਟਲੀ ਡਿਵਾਈਡ ਹੋ ਕੇ ਦੋ ਡਾਟਰ ਸੈਲਸ ਦੇ ਵਿੱਚ ਚੇਂਜ ਹੁੰਦਾ ਹੈਗਾ ਆ। ਠੀਕ ਹੈ, ਔਰ ਇੰਟਰਫੇਜ਼ ਦੇ ਵਿੱਚ ਕੀ ਚੱਲਦਾ ਹੈ, G1 ਫੇਜ਼, S ਫੇਜ਼ ਐਂਡ G2 ਫੇਜ਼। G1 ਫੇਜ਼ ਗਰੋਥ, ਫਸਟ ਗਰੋਥ ਫੇਜ਼ ਹੈ, S4 ਸਿੰਥੇਸਿਸ ਫੇਜ਼ ਹੈ ਐਂਡ G2 ਸੈਕਿੰਡ ਗਰੋਥ ਫੇਜ਼ ਹੈ। ਇਹਦੇ ਵਿੱਚ ਸੈੱਲ ਜਿਹੜਾ ਪਹਿਲੇ ਪੂਰੀ ਤਰੀਕੇ ਨਾਲ ਗਰੋ ਕਰੇਗਾ ਫਿਰ ਡਿਵਾਈਡ ਕਰੇਗਾ। ਠੀਕ ਹੈ, ਸੋ ਇੰਟਰਫੇਜ਼ ਜਿਹੜਾ ਹੈਗਾ ਇਹਨੂੰ ਪ੍ਰੀਪੇਟਰੀ ਫੇਜ਼ ਬੋਲਦੇ ਆ। ਹੁਣ ਕਈ ਵਾਰ ਕੁਐਸਚਨ ਇਹ ਆ ਜਾਂਦਾ ਹੈਗਾ ਆ ਕਿ ਜਿਹੜਾ ਸੈੱਲ ਹੈ ਉਹ ਮਤਲਬ 24 ਆਰ ਲੈਂਦਾ ਆ। ਇੱਕ ਸੈੱਲ ਜੋ ਹੈ ਉਹ ਕੰਪਲੀਟ ਇੱਕ ਸਾਈਕਲ ਕੰਪਲੀਟ ਕਰਨ ਦੇ ਲਈ 24 ਆਵਰਸ ਲੈਂਦਾ ਆ। ਹੁਣ 24 ਆਵਰਸ ਦੇ ਵਿੱਚ 23 ਆਵਰਸ ਦਾ ਜਿਹੜਾ ਮੈਕਸੀਮਮ ਟਾਈਮ ਹੈਗਾ ਆ ਉਹ ਸੈੱਲ ਜਿਹੜਾ ਹੈਗਾ ਉਹ ਪ੍ਰੀਪੇਅਰ ਹੀ ਕਰਦਾ ਆਪਣੇ ਆਪ ਨੂੰ। ਫਿਰ 1 ਘੰਟੇ ਦੇ ਵਿੱਚ 1 ਆਵਰ ਦੇ ਵਿੱਚ ਸੈੱਲ ਡਿਵਾਈਡ ਹੋ ਕੇ ਦੋ ਡਾਟਰ ਸੈੱਲ ਬਣਾ ਦਿੰਦਾ। ਹੁਣ ਜਿੱਦਾਂ ਆਪਾਂ ਪੂਰਾ ਸਾਲ ਪ੍ਰੀਪਰੇਸ਼ਨ ਕਰਦੇ ਹੈਗੇ ਐਗਜ਼ਾਮ ਦੇ ਲਈ, ਠੀਕ ਹੈ, ਪੂਰਾ ਸਾਲ ਆਪਾਂ ਪ੍ਰੀਪਰੇਸ਼ਨ ਕਰਦੇ ਐਗਜ਼ਾਮਸ ਦੇ ਲਈ ਔਰ ਐਂਡ ਦੇ 3 ਘੰਟੇ ਦੇ ਵਿੱਚ ਹੀ ਆਪਾਂ ਜੋ ਵੀ ਪ੍ਰੀਪੇਅਰ ਕੀਤਾ ਹੁੰਦਾ ਉਹਦੇ ਅਕੋਰਡਿੰਗ ਆਪਾਂ ਕੰਮ ਕਰਦੇ ਹੈਗੇ, ਆਪਣਾ ਰਿਜ਼ਲਟ ਦਿੰਦੇ ਹੈਗੇ ਆਪਣਾ। ਸੋ ਮੈਕਸੀਮਮ ਜਿਹੜਾ ਹੈਗਾ ਆ ਉਹ ਟਾਈਮ ਕਾਹਦੇ ਵਿੱਚ ਲੱਗਦਾ ਪ੍ਰੀਪਰੇਸ਼ਨ ਵਾਸਤੇ, ਔਰ ਕੁਛ ਬਾਕੀ ਦਾ ਜਿਹੜਾ ਕੁਛ ਟਾਈਮ ਹੁੰਦਾ ਆ ਉਹ ਡਿਵੀਜ਼ਨ ਵਾਸਤੇ ਲੱਗਦਾ ਆ। ਫਿਰ ਹੈ ਕਿ ਜਿਹੜੀ ਹੁਣ ਇਹ ਡਿਵੀਜ਼ਨ ਹੁੰਦੀ ਆ, ਡਿਵੀਜ਼ਨ ਅਸਲ 'ਚ ਦੋ ਤਰੀਕੇ ਦੀ ਹੁੰਦੀ ਆ, ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਆ। ਆਪਾਂ ਇਹ ਤਾਂ ਕਰ ਲਿਆ ਕਿ ਇੰਟਰਫੇਜ਼ ਔਰ ਐਮ ਫੇਜ਼ ਦੋ ਫੇਜ਼ ਚੱਲਦੇ ਹੈਗੇ ਆ। ਠੀਕ ਹੈ, ਹੁਣ ਜਿਹੜੇ ਇਹ ਫੇਜ਼ ਹੈਗੇ ਆ, ਜਿਹੜਾ ਐਮ ਫੇਜ਼ ਆ ਇਹ ਕੀ ਆ, ਮਾਈਟੋਸਿਸ ਫੇਜ਼ ਆ, ਹੈ ਡਿਵੀਜ਼ਨ ਹੈਗੀ ਆ। ਹੁਣ ਡਿਵੀਜ਼ਨ ਜਿਹੜੀ ਆ ਇਹ ਅਸਲ 'ਚ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਹੁੰਦੀ ਆ ਮਾਈਟੋਸਿਸ, ਦੂਸਰੀ ਹੁੰਦੀ ਹੈਗੀ ਆ ਮੀਓਸਿਸ।
ਠੀਕ ਹੈ, ਦੋ ਤਰੀਕੇ ਦੀ ਹੁੰਦੀ। ਹੁਣ ਅਗਰ ਜਿਹੜੀ ਮਾਈਟੋਸਿਸ ਹੈਗੀ ਆ, ਇਹ ਜਿਹੜੇ ਨੋਰਮਲ ਬੋਡੀ ਸੈਲਸ ਹੁੰਦੇ ਆ, ਨੋਰਮਲ ਸੈਲਸ ਹੁੰਦੇ ਆ ਬੋਡੀ ਦੇ, ਉਹਨਾਂ ਦੀ ਗਰੋਥ ਦੇ ਲਈ ਹੁੰਦੀ ਮਾਈਟੋਸਿਸ, ਜਿੱਦਾਂ ਕਿ RBCs ਹੋ ਗਏ, WBCs ਹੋ ਗਏ, ਜਾਂ ਸਾਡੇ ਐਪੀਥੀਲੀਅਲ ਸੈਲਸ ਹੋ ਗਏ, ਇਹਨਾਂ ਸਾਰਿਆਂ ਦੀ ਗਰੋਥ ਜਿਹੜੀ ਹੈਗੀ ਉਹ ਮਾਈਟੋਸਿਸ ਦੇ ਥਰੂ ਹੁੰਦੀ ਆ, ਨੋਰਮਲ ਸੈਲ ਦੀ ਗਰੋਥ। ਮਿਓਸਿਸ ਜਿਹੜੀ ਹੁੰਦੀ ਆ, ਇਹਨਾਂ ਦੇ ਵਿੱਚ ਰਿਪਰੋਡਕਟਿਵ ਸੈਲਸ ਦੀ ਗਰੋਥ ਹੁੰਦੀ ਹੈਗੀ ਆ, ਤਾਂ ਕਿ ਅੱਗੇ ਗੈਮੀਟ ਫਾਰਮ ਹੋ ਸਕਣ ਔਰ ਰਿਪਰੋਡਕਸ਼ਨ ਹੋ ਸਕੇ। ਠੀਕ ਹੈ, ਸੋ ਇਹਨਾਂ ਬਾਰੇ ਅੱਗੇ ਡਿਟੇਲ ਦੇ ਵਿੱਚ ਕਰਾਂਗੇ। ਮਾਈਟੋਸਿਸ ਕਿਸ ਤਰੀਕੇ ਨਾਲ ਹੁੰਦੀ ਔਰ ਇਹਦੀਆਂ ਸਿਗਨੀਫਿਕੈਂਸ, ਸੇਮ ਮਿਓਸਿਸ ਦਾ ਵੀ ਕਰਾਂਗੇ। ਫਿਰ ਹੈ ਕਿ ਹੁਣ ਜਿਹੜੀ ਇਹ M ਫੇਜ਼ ਹੁੰਦਾ, ਠੀਕ ਹੈ, ਪਹਿਲੇ ਆਪਾਂ ਕੀ ਕਿਹਾ ਹੈਗਾ ਕਿ ਜਿਹੜੇ ਫੇਜ਼ਿਸ ਆ ਕਿਹੜੇ ਕਿਹੜੇ ਆ, ਇੰਟਰਫੇਜ਼, ਠੀਕ ਹੈ, ਇੰਟਰਫੇਜ਼ ਇਹ ਕੁਛ ਇੰਪੋਰਟੈਂਟ ਚੀਜ਼ਾਂ ਆ, ਸੋ ਇਸ ਕਰਕੇ ਮੈਂ ਇਹ ਇੱਥੇ ਹੀ ਦੱਸ ਰਹੀ ਹਾਂ। ਇੰਟਰਫੇਜ਼ ਹੋ ਗਿਆ, ਫਿਰ ਹੈ M ਫੇਜ਼, ਠੀਕ ਹੈ। ਇੰਟਰਫੇਜ਼ 'ਚ ਤਾਂ ਚੱਲਦੀ ਹੈਗੀ ਆ G1 ਫੇਜ਼ ਹੋ ਗਿਆ, S ਫੇਜ਼ ਹੋ ਗਿਆ ਐਂਡ G2 ਫੇਜ਼ ਹੋ ਗਿਆ। ਉੱਦਾਂ ਹੀ ਜਿਹੜਾ M ਫੇਜ਼ ਆ, M ਫੇਜ਼ 'ਚ ਦੋ ਸਿਸਟਮ ਚੱਲਦੇ ਹੈਗੇ, ਇੱਕ ਹੁੰਦੀ ਹੈਗੀ ਹੈ ਸਾਈਟੋਕਾਈਨਸਿਸ, ਠੀਕ ਹੈ, ਸਾਈਟੋਕਾਈਨਸਿਸ, ਦੂਸਰੀ ਹੁੰਦੀ ਹੈਗੀ ਆ ਕੈਰੀਓਕਾਈਨਸਿਸ, ਠੀਕ ਹੈ, ਦੋ ਚੱਲਦੀ ਹੈਗੀ, ਇੱਕ ਸਾਈਟੋਕਾਈਨਸਿਸ ਹੁੰਦੀ ਆ, ਇੱਕ ਕੈਰੀਓਕਾਈਨਸਿਸ ਹੁੰਦੀ ਆ। ਸਾਈਟੋਕਾਈਨਸਿਸ ਮਤਲਬ ਪੂਰਾ ਜਿਹੜਾ ਸੈੱਲ ਹੈ ਉਹਦਾ ਸਾਈਟੋਪਲਾਜ਼ਮ ਹੀ ਅਗਰ ਡਿਵਾਈਡ ਕਰ ਜਾਂਦਾ ਆ, ਉਹਨੂੰ ਅਸੀਂ ਬੋਲਦੇ ਹੈਗੇ ਆ ਸਾਈਟੋਕਾਈਨਸਿਸ। ਅਗਰ ਸਿਰਫ ਨਿਊਕਲੀਅਸ ਹੀ ਡਿਵਾਈਡ ਕਰਦਾ, ਇਹ ਦੇਖੋ ਇਹ ਸੈੱਲ ਹੈ, ਠੀਕ ਹੈ, ਇਹ ਸੈੱਲ ਸੀ, ਇਹ ਡਿਵਾਈਡ ਕਰਨਾ ਸ਼ੁਰੂ ਹੋਇਆ, ਇਹਦੀਆਂ ਸੈੱਲ ਮੈਮਬ੍ਰੇਨ ਡਿਵਾਈਡ ਹੋ ਗਈ ਔਰ ਨਿਊਕਲੀਅਸ ਵੀ ਡਿਵਾਈਡ ਹੋ ਗਿਆ, ਬਟ ਫਿਰ ਵੀ ਸੈੱਲ ਇਕੱਠੇ ਹੀ ਆ, ਇੱਕ ਹੀ ਆ। ਸੋ ਇਹ ਜਿਹੜਾ ਨਿਊਕਲੀਅਸ ਡਿਵਾਈਡ ਹੁੰਦਾ ਇਹਨੂੰ ਅਸੀਂ ਬੋਲਦੇ ਕੈਰੀਓਕਾਈਨਸਿਸ। ਔਰ ਅਗਰ ਜਿਹੜਾ ਸੈੱਲ ਹੈ ਉਹ ਪੂਰੇ ਤਰੀਕੇ ਨਾਲ ਜਦੋਂ ਡਿਵਾਈਡ ਹੋ ਜਾਂਦਾ, ਹੁਣ ਇਹਦਾ ਸਾਈਟੋਪਲਾਜ਼ਮ ਪੂਰੇ ਦਾ ਡਿਵਾਈਡ ਹੋ ਗਿਆ, ਪੂਰਾ ਸਾਈਟੋਪਲਾਜ਼ਮ ਡਿਵਾਈਡ ਹੋ ਗਿਆ, ਇਹਨੂੰ ਅਸੀਂ ਕਵਾਂਗੇ ਸਾਈਟੋਕਾਈਨਸਿਸ, ਸਾਈਟੋਪਲਾਜ਼ਮ ਦੀ ਡਿਵੀਜ਼ਨ, ਠੀਕ ਹੈ। ਹੁਣ ਇਹੀ ਅੱਗੇ ਡਿਟੇਲ ਦੇ ਵਿੱਚ ਦੱਸੇ ਹੋਏ ਆ। ਪਹਿਲਾਂ ਆਪਾਂ ਗੱਲ ਕਰਾਂਗੇ ਇੰਟਰਫੇਜ਼ ਬਾਰੇ, ਕਿਉਂਕਿ ਇੰਟਰਫੇਜ਼ ਬਹੁਤ ਹੀ ਇੰਪੋਰਟੈਂਟ ਫੇਜ਼ ਆ। ਫਰਦਰ ਇਸ ਤੋਂ ਬਾਅਦ ਹੀ ਮਾਈਟੋਸਿਸ ਔਰ ਮਿਓਸਿਸ ਵਗੈਰਾ ਹੋ ਸਕਦੀ ਆ। ਸੋ ਸੈਲ ਸਾਈਕਲ ਕੀ ਹੈ? ਸੈਲ ਸਾਈਕਲ ਇਜ਼ ਅ ਲਾਈਫ ਪੀਰੀਅਡ ਆਫ ਦ ਸੈਲ ਡਿਊਰਿੰਗ ਵਿਚ ਸੈਲ ਸਿੰਥੇਸਾਈਜ਼ ਦ DNA, ਮਤਲਬ ਰੈਪਲੀਕੇਸ਼ਨ ਕਰਦਾ, ਗਰੋਜ਼ ਐਂਡ ਡਿਵਾਈਡ ਇਨਟੂ ਟੂ ਡਾਟਰ ਸੈਲਸ। ਕਿ ਇਹ ਫੇਜ਼ ਦੇ ਵਿੱਚ ਹੁੰਦਾ ਕੀ ਹੈ, ਪਹਿਲੇ ਜਿਹੜਾ ਸੈੱਲ ਹੈ ਉਹ ਆਪਣੀ ਆਰਗਨਲੀਜ਼ ਨੂੰ ਡੁਪਲੀਕੇਟ ਕਰੇਗਾ, ਆਪਣੀ DNA ਨੂੰ ਰੈਪਲੀਕੇਟ ਕਰੇਗਾ, ਮਤਲਬ DNA ਦੀਆਂ ਮਲਟੀਪਲ ਕਾਪੀਜ਼ ਬਣਾਏਗਾ, ਤਾਂ ਹੀ ਤਾਂ ਜੈਨੇਟਿਕ ਮੈਟੀਰੀਅਲ ਨੂੰ ਅੱਗੇ ਡਾਟਰ ਸੈੱਲ ਤੱਕ ਪਹੁੰਚਾ ਪਾਏਗਾ। ਸੋ ਪਹਿਲੇ ਹੀ ਪ੍ਰੀਪੇਅਰ ਕਰ ਲੈਂਦਾ ਆਪਣੇ ਆਪ ਨੂੰ ਪੂਰੀ ਡਿਵੀਜ਼ਨ ਵਾਸਤੇ, ਫਿਰ ਹੀ ਦੋ ਡਾਟਰ ਸੈੱਲ ਬਣਾਉਂਦਾ ਹੈ। ਫਿਰ ਹੈ ਕਿ ਸੈਲ ਗਰੋਥ ਇਜ਼ ਕੰਟੀਨਿਊਸ ਪ੍ਰੋਸੈਸ ਬਾਈ ਬਟ DNA ਸਿੰਥੇਸਿਸ ਅਕਰ ਓਨਲੀ ਐਟ ਦ ਸਪੈਸੀਫਿਕ ਸਟੇਜ। ਕਹਿੰਦੇ ਕਿ ਜਿਹੜੀ ਸੈੱਲ ਗਰੋਥ ਹੈਗੀ ਉਹ ਚੱਲਦੀ ਰਹਿੰਦੀ ਹੈਗੀ ਆ। ਹੁਣ ਜਿਹੜਾ ਇਹ ਫੇਜ਼ ਆ ਇੰਟਰਫੇਜ਼ ਆ, ਠੀਕ ਹੈ, ਇਹਨੂੰ ਰੈਸਟਿੰਗ ਫੇਜ਼ ਵੀ ਕਹਿ ਦਿੰਦੇ, ਬਟ ਅਸਲ 'ਚ ਸੈੱਲ ਇਸ ਫੇਜ਼ 'ਚ ਰੈਸਟ 'ਚ ਨਹੀਂ ਹੈਗਾ, ਉਹ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਿਹਾ, DNA ਵਗੈਰਾ ਜਿਹੜੀ ਹੈਗੀ ਉਹਨੂੰ ਰੈਪਲੀਕੇਟ ਕਰ ਰਿਹਾ। ਫਰਦਰ M ਫੇਜ਼ ਦੇ ਵਿੱਚ ਉਹੀ DNA ਕ੍ਰੋਮੋਜ਼ੋਮ ਦੀ ਫਾਰਮ ਚ ਜਾਂਦੇ ਆ, ਸੈੱਲ ਨੂੰ ਡਿਵਾਈਡ ਕਰਦੇ, ਫਿਰ ਉਹੀ ਜਿਹੜੇ ਕ੍ਰੋਮੈਟਿਨ ਫਾਰਮ 'ਚ ਦੁਬਾਰਾ ਹਰ ਇੱਕ ਸੈੱਲ ਦੇ ਵਿੱਚ ਚਲੇ ਜਾਂਦੇ ਆ। ਸੋ ਇਹ ਪ੍ਰੋਸੈਸ ਚੱਲਦੀ ਹੈ। DNA ਇੱਕ ਸਪੈਸੀਫਿਕ ਸਟੇਜ 'ਚ ਜਾ ਕੇ ਹੀ ਜਿਹੜਾ ਹੈਗਾ ਉਹ ਸਿੰਥੇਸਾਈਜ਼ ਹੁੰਦਾ, ਅਦਰਵਾਈਜ਼ ਪੂਰਾ ਸੈੱਲ ਤਾਂ ਗਰੋ ਕਰਦਾ ਹੀ ਰਹਿੰਦਾ ਆ, ਜਿੱਦਾਂ ਕਿ ਉਹਦੀਆਂ ਆਰਗਨਲੀਜ਼ ਵਗੈਰਾ ਹੋ ਗਈਆਂ। ਨੈਕਸਟ ਹੈ ਕਿ ਡਿਊਰਿੰਗ ਦ ਸੈਲ ਸਾਈਕਲ ਵੇਰੀਜ਼ ਇਨ ਈਚ ਆਰਗੇਨਿਜ਼ਮ ਐਂਡ ਈਚ ਸੈਲ ਟਾਈਪ। ਹਰ ਇੱਕ ਸੈੱਲ ਦਾ ਆਪਣਾ ਆਪਣਾ ਸੈਲ ਸਾਈਕਲ ਦਾ ਟਾਈਮ ਹੁੰਦਾ ਹੈ, ਡਿਊਰੇਸ਼ਨ ਆਪਣੀ ਆਪਣੀ ਅਲੱਗ-ਅਲੱਗ ਹੁੰਦੀ ਹੈਗੀ ਆ। ਹੁਣ ਜਿੱਦਾਂ ਕਿ ਯੂਕੈਰੀਓਟਿਕ ਸੈਲ ਸਾਈਕਲ, ਜਿੱਦਾਂ ਕਿ ਹਿਊਮਨ ਬੀਇੰਗ ਦੇ ਵਿੱਚ ਕਿੰਨਾ ਚੱਲਦਾ 24 ਆਵਰਸ ਦਾ, ਇੱਕ ਸਾਈਕਲ 24 ਆਵਰਸ 'ਚ ਕੰਪਲੀਟ ਹੁੰਦਾ ਹੈ ਸੈਲ ਸਾਈਕਲ, ਜਿਹਦੇ ਵਿੱਚ ਕਿ ਨਵੇਂ ਸੈੱਲ ਬਣਦੇ ਹੈਗੇ ਆ। ਔਰ ਈਸਟ 'ਚ ਕਿੰਨੇ ਟਾਈਮ ਦਾ ਚੱਲਦਾ 90 ਮਿੰਟਸ। ਈਸਟ ਨੂੰ ਲੈ ਕੇ ਔਰ ਹਿਊਮਨ ਬੀਇੰਗ ਦੀ ਇਸ ਸੈਲ ਡਿਊਰੇਸ਼ਨ ਨੂੰ ਲੈ ਕੇ ਵੀ ਕਈ ਕੁਐਸਚਨਸ ਆਏ ਹੋਏ ਆ ਮਾਸਟਰ ਕੇਡਰ ਦੇ ਐਗਜ਼ਾਮ 'ਚ, ਸੋ ਇਹ ਬਹੁਤ ਬਹੁਤ ਹੀ ਇੰਪੋਰਟੈਂਟ ਹੈ, ਇਹਨਾਂ ਦੇ ਵਿੱਚੋਂ ਪੁੱਛ ਲੈਂਦੇ ਆ। ਨੈਕਸਟ ਹੈ ਕਿ ਹੁਣ ਜਿਹੜੇ ਫੇਜ਼ਿਸ ਹੈਗੇ ਦੇ ਕਿਹੜੇ ਕਿਹੜੇ, ਫਿਲਹਾਲ ਆਪਾਂ ਸਟਾਰਟ ਕਰਦੇ ਹਾਂ ਇੰਟਰਫੇਜ਼ ਤੋਂ। ਹੁਣ ਇੰਟਰਫੇਜ਼ ਦੇ ਵਿੱਚ ਕੀ ਦੱਸਿਆ ਹੋਇਆ ਆ ਕਿ ਸੈਲ ਸਾਈਕਲ ਦੇ ਬੇਸਿਕ 2 ਫੇਜ਼ਿਸ ਮੰਨੇ ਜਾਂਦੇ ਆ, ਇੰਟਰਫੇਜ਼ ਐਂਡ M ਫੇਜ਼ ਮੰਨਿਆ ਜਾਂਦਾ। ਇੰਟਰਫੇਜ਼ ਕੀ ਹੈਗਾ ਆ ਕਿ ਇੰਟਰਫੇਜ਼ ਦੇ ਵਿੱਚ G1 ਫੇਜ਼, S ਫੇਜ਼, G2 ਫੇਜ਼ ਕੰਮ ਕਰਦਾ, ਫਿਰ M ਫੇਜ਼ ਆਉਂਦਾ ਆ। ਹੁਣ ਇੱਕ ਸੈੱਲ ਹੈ, ਸਭ ਤੋਂ ਪਹਿਲੇ ਕੀ ਹੁੰਦਾ ਹੈ ਉਹਦਾ G1 ਫੇਜ਼, ਫਸਟ ਗਰੋਥ ਫੇਜ਼ ਸਟਾਰਟ ਹੁੰਦਾ ਆ, ਠੀਕ ਹੈ। ਫਸਟ ਗਰੋਥ ਫੇਜ਼ ਦੇ ਵਿੱਚ ਕੀ ਹੁੰਦਾ ਆ, ਸੈੱਲ ਗਰੋ ਕਰਦਾ ਆ ਹੌਲੀ ਹੌਲੀ, ਉਹਦੇ ਵਿੱਚ ਜਿਹੜੀਆਂ ਆਰਗਨਲੀਜ਼ ਹੈਗੀਆਂ ਉਹ ਹੌਲੀ ਹੌਲੀ ਉਹ ਵੀ ਗਰੋ ਕਰਦੀਆਂ, ਨਾਲ DNA ਬਣਾਉਣ ਦੇ ਲਈ ਜਿਹੜੇ ਪ੍ਰੋਟੀਨ ਚਾਹੀਦੇ ਹੁੰਦੇ ਹੈਗੇ ਆ ਉਹ ਵੀ G1 ਫੇਜ਼ 'ਚ ਬਣਦੇ ਆ, ਮਤਲਬ ਪ੍ਰੋਟੀਨ ਔਰ
जो RNA ਵਗੈਰਾ ਹੁੰਦੀ ਉਹ ਸਭ ਇੱਥੇ ਹੀ ਬਣਦੀ, ਕਿਉਂਕਿ RNA ਤੋਂ ਪ੍ਰੋਟੀਨ ਬਣਨਾ ਹੁੰਦਾ। G1 ਫੇਜ਼ 'ਚ ਇਹੀ ਮੇਨ ਫੰਕਸ਼ਨ ਹੁੰਦਾ ਕਿ ਪ੍ਰੋਟੀਨ ਇਹਦੇ ਵਿੱਚ ਫਾਰਮ ਹੁੰਦਾ ਔਰ RNA ਫਾਰਮ ਹੁੰਦਾ ਆ। ਨੈਕਸਟ ਹੈ ਸਿੰਥੇਸਿਸ ਫੇਜ਼। ਸਿੰਥੇਸਿਸ ਫੇਜ਼ ਦੇ ਵਿੱਚ ਕੀ ਹੁੰਦਾ, ਹੁਣ ਸਿੰਥੇਸਿਸ ਫੇਜ਼ ਦੇ ਵਿੱਚ ਜਿਹੜਾ ਇੱਥੇ DNA ਬਣਾਉਣ ਦੇ ਲਈ ਜੋ ਪ੍ਰੋਟੀਨ ਬਣਿਆ ਹੁੰਦਾ, ਉਸੇ ਪ੍ਰੋਟੀਨ ਨੂੰ ਯੂਜ਼ ਕਰਕੇ ਅੱਗੇ DNA ਜਿਹੜਾ ਬਣਦਾ ਰੈਪਲੀਕੇਟ ਵੀ ਹੁੰਦਾ ਹੈ ਇਸ ਪੁਆਇੰਟ 'ਤੇ ਜਾ ਕੇ, ਠੀਕ ਹੈ, ਔਰ ਆਪਣੀ ਹੋਰ DNA ਮਲਟੀਪਲ ਕਾਪੀਜ਼ ਬਣਾਉਣੀਆਂ ਸ਼ੁਰੂ ਕਰ ਦਿੰਦਾ DNA ਆਪਣੀਆਂ। G2 ਫੇਜ਼ ਦੇ ਵਿੱਚ ਕੀ ਹੁੰਦਾ ਆ, G2 ਫੇਜ਼ ਦੇ ਵਿੱਚ ਫਰਦਰ ਹੋਰ ਜ਼ਿਆਦਾ ਪ੍ਰੋਟੀਨ ਔਰ ਹੋਰ ਜ਼ਿਆਦਾ RNA ਫਾਰਮ ਹੁੰਦੇ ਹੈਗੇ ਆ, ਤਾਂ ਕਿ ਸੈੱਲ ਜੋ ਹੈ ਪ੍ਰੋਪਰ ਮਾਈਟੋਸਿਸ ਦੇ ਲਈ ਤਿਆਰ ਹੋ ਸਕੇ। ਅੱਗੇ ਇਹ ਟੀਲੋਫੇਜ਼, ਮੈਟਾਫੇਜ਼, ਪ੍ਰੋਫੇਜ਼ ਦੇ ਲਈ ਪ੍ਰੋਪਰ ਉਹ ਰੈਡੀ ਹੋਏ, ਕਿਉਂਕਿ ਇਹਨਾਂ ਦੇ ਵਿੱਚ ਵੀ ਜਿਹੜੇ ਕ੍ਰੋਮੈਟਿਨ ਫਾਈਬਰਸ ਬਣੇ ਹੁੰਦੇ, ਉਹਨਾਂ ਨੇ ਅੱਗੇ ਕ੍ਰੋਮੋਜ਼ੋਮ ਬਣਾਉਣਾ, ਤਾਂ ਉਹਨਾਂ ਨੂੰ ਵੀ ਐਨਰਜੀ ਦੀ, ਉਹਨਾਂ ਨੂੰ ਵੀ ਪ੍ਰੋਟੀਨ ਦੀ ਜ਼ਰੂਰਤ ਪੈਣੀ, ਉਹ ਪ੍ਰੋਟੀਨ ਉਹਨਾਂ ਨੇ ਇੱਥੋਂ ਹੀ ਲੈਣਾ ਹੈਗਾ। ਸੋ ਸੈਕਿੰਡ ਗਰੋਥ ਫੇਜ਼ ਦੇ ਵਿੱਚ ਹੋਰ ਜ਼ਿਆਦਾ DNA ਔਰ ਪ੍ਰੋਟੀਨ ਫਾਰਮ ਹੁੰਦਾ ਆ। ਹੁਣ ਦੱਸਿਆ ਹੋਇਆ ਕਿ ਜਿਹੜਾ ਇੰਟਰਫੇਜ਼ ਹੈ ਇਹਨੂੰ ਕੀ ਕਿਹਾ ਜਾਂਦਾ ਆ, ਰੈਸਟਿੰਗ ਫੇਜ਼ ਕਿਹਾ ਜਾਂਦਾ, ਬਟ ਅਸਲ ਦੇ ਵਿੱਚ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ, ਸੈੱਲ ਕਦੀ ਵੀ ਰੈਸਟ ਦੇ ਵਿੱਚ ਨਹੀਂ ਹੁੰਦਾ ਹੈਗਾ। ਬੇਸ਼ੱਕ ਕਿ ਉਹਦਾ ਜਿਹੜਾ DNA ਤੋਂ ਕ੍ਰੋਮੋਜ਼ੋਮ ਨਹੀਂ ਬਣ ਰਹੇ ਹੈਗੇ, ਮਤਲਬ ਕ੍ਰੋਮੈਟਿਨ ਫਾਈਬਰਸ ਤੋਂ ਕ੍ਰੋਮੋਜ਼ੋਮ ਨਹੀਂ ਬਣ ਰਹੀ, ਫਿਰ ਵੀ DNA ਜਿਹੜਾ ਉਹ ਮੈਟਾਬੋਲਿਕਲੀ ਆਪਣੇ ਆਪ ਨੂੰ ਗਰੋ ਕਰਦਾ ਰਹਿੰਦਾ ਹੈਗਾ, ਤਾਂ ਕਿ ਉਹਦੇ ਵਿੱਚ ਮੈਟਾਬੋਲਿਕ ਰਿਐਕਸ਼ਨਸ ਚੱਲਦੇ ਰਹਿਣ ਜਾਂ ਹੋਰ ਪ੍ਰੋਟੀਨ ਬਣਦਾ ਰਹੇ ਫਰਦਰ ਡਿਵੀਜ਼ਨਸ ਦੇ ਲਈ। ਸੋ ਇਟ ਇਜ਼ ਅ ਫੇਜ਼ ਬਿਟਵੀਨ ਟੂ ਸਕਸੈਸਿਵ M ਫੇਜ਼ਸ। 2 M ਫੇਜ਼ ਦੇ ਵਿੱਚ ਇਹ ਸਕਸੈਸਿਵ ਇਹ ਜਿਹੜਾ ਫੇਜ਼ ਹੈ ਚੱਲਦਾ, ਮਤਲਬ ਜਿੱਦਾਂ ਮਾਈਟੋਸਿਸ ਹੋ ਗਈ, ਉਸ ਤੋਂ ਬਾਅਦ ਮਾਈਟੋਸਿਸ ਦੇ ਦੌਰਾਨ ਜਿਹੜੇ ਇੱਕ ਸੈੱਲ ਤੋਂ 2 ਸੈੱਲ ਬਣੇ ਹੈ ਨਾ, ਹੁਣ ਇਹ ਵਾਲੇ ਸੈੱਲਸ ਵੀ ਤਾਂ ਫਰਦਰ G1 G2 ਫੇਜ਼ ਦੇ ਲਈ ਜਾਣਗੇ, ਠੀਕ ਹੈ, ਫਿਰ ਉਹ ਡਿਵਾਈਡ ਹੋਣਗੇ। ਇੱਦਾਂ ਹਰ ਇੱਕ ਸੈੱਲ ਦੇ ਵਿੱਚ ਇਹ ਫੇਜ਼ ਜਿਹੜੇ ਹੈਗੇ ਚੱਲਦੇ ਰਹਿੰਦੇ। ਸੋ M ਫੇਜ਼, 2 M ਫੇਜ਼ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਕੀ ਆਉਂਦਾ ਹੈਗਾ, ਇਹ G1 G2 ਔਰ S ਫੇਜ਼ ਚੱਲਦਾ ਹੈਗਾ ਆ, ਠੀਕ ਹੈ। ਫਿਰ ਹੈ ਕਿ ਇਟ ਲਾਸਟਸ ਮੋਰ ਦੈਨ 95% ਆਫ ਦ ਡਿਊਰੇਸ਼ਨ ਆਫ ਸਾਈਕਲ ਇੰਟਰਫੇਜ਼, ਠੀਕ ਹੈ, ਕਿ ਮੈਕਸਿਮਮ ਟਾਈਮ ਜਿਹੜਾ ਹੈਗਾ ਆ ਉਹ ਕਿਹਦੇ ਵਿੱਚ ਲੱਗਦਾ ਹੈਗਾ ਆ, ਇੰਟਰਫੇਜ਼ ਦੇ ਵਿੱਚ ਹੀ ਲੱਗਦਾ ਆ। ਅੱਗੇ ਮਾਈਟੋਸਿਸ ਤਾਂ ਆਸਾਨੀ ਦੇ ਨਾਲ ਹੋ ਜਾਂਦੀ ਆ। ਹੁਣ ਹੈ G1 ਫੇਜ਼ ਦੀ ਅਗਰ ਆਪਾਂ ਪਹਿਲੇ ਗੱਲ ਕਰੀਏ, ਠੀਕ ਹੈ, G1 ਫੇਜ਼ ਨੂੰ ਕੀ ਬੋਲਦੇ, ਐਂਟੀਫੇਜ਼, ਠੀਕ ਹੈ, ਫਸਟ ਗਰੋਥ ਫੇਜ਼ ਵੀ ਕਿਹਾ ਜਾਂਦਾ ਆ। ਹੁਣ ਮਾਈਟੋਸਿਸ ਐਂਡ DNA ਰੈਪਲੀਕੇਸ਼ਨ ਜਿਹੜੀ ਹੈਗੀ ਇਹਨਾਂ ਦੇ ਦੌਰਾਨ ਹੀ ਹੁੰਦੀ ਹੈ। ਸੋ ਇਹਦੇ ਮੇਨ ਇਵੈਂਟਸ ਕਿਹੜੇ ਹੈਗੇ ਆ, ਪਹਿਲਾਂ ਤਾਂ ਸੈੱਲ ਦੀ ਗਰੋਥ ਸਟਾਰਟ ਹੁੰਦੀ ਆ, ਫਿਰ ਸੈੱਲ ਮੈਟਾਬੋਲਿਕਲੀ ਐਕਟਿਵ ਹੋ ਜਾਂਦਾ, ਕਿ ਕੈਮੀਕਲ ਰਿਐਕਸ਼ਨਸ ਸੈੱਲ ਦੇ ਅੰਦਰ ਸਟਾਰਟ ਹੋ ਜਾਂਦੀਆਂ। ਫਿਰ ਹੈ ਕਿ ਪ੍ਰੀਪੇਅਰ ਮਸ਼ੀਨਰੀ ਫॉर द DNA ਰੈਪਲੀਕੇਸ਼ਨ, ਮਤਲਬ DNA ਰੈਪਲੀਕੇਸ਼ਨ ਦੇ ਲਈ ਕੰਮ ਸਟਾਰਟ ਹੋ ਜਾਂਦਾ। ਫਿਰ ਹੈ ਕਿ ਸਿੰਥੇਸਾਈਜ਼ ਦਾ RNA ਐਂਡ ਪ੍ਰੋਟੀਨ, ਕਿ RNA ਔਰ ਪ੍ਰੋਟੀਨ ਬਣਨਾ ਸਟਾਰਟ ਹੋ ਜਾਂਦਾ ਹੈਗਾ, ਠੀਕ ਹੈ। ਸੋ ਇਹ G1 ਫੇਜ਼ ਦੀਆਂ ਜਿਹੜੀਆਂ ਹੈਗੀਆਂ ਇਹ ਇਵੈਂਟਸ ਹੁੰਦੀਆਂ, ਕੰਮ ਹੁੰਦੇ ਆ G1 ਫੇਜ਼ ਦੇ ਵਿੱਚ। ਪਹਿਲਾਂ ਕਿ ਮੈਟਾਬੋਲਿਕਲੀ ਐਕਟਿਵ ਹੁੰਦਾ ਆ, ਗਰੋ ਕਰਨਾ ਸਟਾਰਟ ਕਰ ਦਿੰਦਾ, ਠੀਕ ਹੈ, ਔਰ DNA ਰੈਪਲੀਕੇਟ ਨਹੀਂ ਹੁੰਦਾ ਹੈਗਾ, ਇਹਦੇ ਵਿੱਚ ਰੈਪਲੀਕੇਟ ਹੋਣ ਦੇ ਲਈ ਤਿਆਰ ਹੁੰਦਾ ਆ, ਬਟ ਰੈਪਲੀਕੇਸ਼ਨ G1 ਫੇਜ਼ 'ਚ ਨਹੀਂ ਹੁੰਦੀ। ਇਹਦੇ ਨਾਲ ਰਿਲੇਟਿਡ ਕੁਐਸਚਨ ਵੀ ਬਹੁਤ ਵਾਰ ਆਏ ਹੋਏ ਆ, ਠੀਕ ਹੈ, ਕਿ ਜਿਹੜੀ DNA ਸਿੰਥੇਸਿਸ ਹੈਗੀ, ਸੌਰੀ DNA ਡੁਪਲੀਕੇਸ਼ਨ ਹੈਗੀ ਆ, ਉਹ ਕਿੱਥੇ ਹੁੰਦੀ ਆ, ਮਤਲਬ DNA ਰੈਪਲੀਕੇਟ ਕਿੱਥੇ ਕਰਦਾ, ਉਹ S ਫੇਜ਼ ਦੇ ਵਿੱਚ ਰੈਪਲੀਕੇਟ ਕਰਦਾ, ਸਿੰਥੇਸਿਸ ਫੇਜ਼ ਦੇ ਵਿੱਚ, ਠੀਕ ਹੈ। ਸੋ ਸਿੰਥੇਸਿਸ ਫੇਜ਼ ਹੈ ਆਹ ਵਾਲਾ, ਠੀਕ ਹੈ। ਸਿੰਥੇਸਿਸ ਫੇਜ਼ ਦੇ ਵਿੱਚ DNA ਰੈਪਲੀਕੇਸ਼ਨ ਸਟਾਰਟ ਹੋ ਜਾਂਦੀ ਹੈ, ਠੀਕ ਹੈ, DNA ਡਬਲਜ਼ ਅਪ ਹੋਏਗਾ, ਔਰ ਬਟ ਕ੍ਰੋਮੋਜ਼ੋਮ ਇਨਕਰੀਜ਼ ਨਹੀਂ ਹੁੰਦੇ, ਕ੍ਰੋਮੋਜ਼ੋਮ ਓਨੇ ਹੀ ਰਹਿੰਦੇ ਹੈਗੇ ਆ, ਠੀਕ ਹੈ। ਅਗਰ ਸੈੱਲ ਜਿਹੜਾ ਹੈਗਾ ਆ ਉਹ ਜਿੰਨਾ ਹੈਗਾ ਓਨਾ ਉੱਦਾਂ ਹੀ ਰਹੇਗਾ, ਠੀਕ ਹੈ, ਡਿਪਲੋਇਡ ਆ ਤਾਂ ਡਿਪਲੋਇਡ ਹੀ ਰਹੇਗਾ। ਬਟ ਕੀ ਹੁੰਦਾ ਇਹਦੇ ਵਿੱਚ, DNA ਜਿਹੜਾ ਉਹ ਵੱਧ ਜਾਂਦਾ ਹੈ। DNA ਅਗਰ 2C ਆ, ਮਤਲਬ 2 ਕਾਪੀਜ਼ ਆ DNA ਦੀਆਂ, ਠੀਕ ਹੈ, ਅਤੇ ਉਹ ਰੈਪਲੀਕੇਟ ਕਰੇਗੀ। ਹੁਣ ਜਿੱਦਾਂ ਇੱਕ DNA ਆ, ਠੀਕ ਹੈ, ਇਹ ਡਿਵਾਈਡ ਹੋਏਗਾ ਤਾਂ 2 DNA ਬਣਾ ਦੇਗਾ, ਇਸ ਤਰੀਕੇ ਨਾਲ 2 DNA ਬਣਾ ਦੇਗਾ, ਇੱਕ ਆਹ ਵਾਲਾ ਇੱਕ ਆਹ ਵਾਲਾ। ਹੁਣ 2 DNA ਹੈਗੇ ਆ ਅਤੇ ਉਹ ਡਿਵਾਈਡ ਹੋਣਗੇ ਅਤੇ ਉਹ 4 DNA ਬਣਾ ਦੇਣਗੇ, ਠੀਕ ਹੈ। ਸੋ 2C ਤੋਂ 4C ਹੋ ਜਾਂਦਾ DNA ਦਾ, ਜਿਹੜਾ DNA ਦੀ ਅਮਾਊਂਟ ਆ ਉਹ 2C ਤੋਂ 4C ਹੋ ਜਾਂਦੀ, ਡਬਲ ਹੋ ਜਾਂਦੀ ਆ। ਬਟ ਸੈੱਲ ਜਾਂ ਕ੍ਰੋਮੋਜ਼ੋਮ ਕਿੰਨੇ ਰਹਿੰਦੇ ਆ, 2 ਹੈਗੇ ਆ ਤਾਂ 2 ਹੀ ਰਹਿਣਗੇ। ਇਹ ਯਾਦ ਰੱਖਣ ਵਾਲੀ ਚੀਜ਼ ਹੈ, ਕ੍ਰੋਮੋਜ਼ੋਮ ਓਨੇ ਦੇ ਓਨੇ ਹੀ ਰਹਿਣਗੇ, ਜਾਂ ਆਪਾਂ ਕਹਿ ਸਕਦੇ ਸੈੱਲ ਓਨੇ ਦੇ ਓਨੇ ਹੀ ਰਹਿਣਗੇ ਜਿੰਨੇ ਹੈਗੇ ਆ। ਬਟ ਜਿਹੜਾ DNA ਮਟੀਰੀਅਲ ਆ ਉਹ ਡਬਲ ਹੋ ਜਾਂਦਾ ਆ ਡਿਊਰਿੰਗ ਸਿੰਥੇਸਿਸ ਫੇਜ਼, ਠੀਕ ਹੈ। ਫਿਰ ਹੈ
क्रोमोसोम कभी भी नहीं ਵੱਧਦੇ, सिर्फ की ਹੁੰਦਾ DNA ही ਵੱਧਦਾ इस फेज ਦੇ ਵਿੱਚ। फिर है कि इन एनिमल सेल रेप्लीकेशन बिगिनस इन द न्यूक्लियस एंड सेंट्रियोल्स डुप्लीकेट इनटू द साइटोप्लाज्म। की होया कि एनिमल सेल च रेप्लीकेशन स्टार्ट होगी न्यूक्लियस के अंदर, है ना, DNA रेप्लीकेट कर रहा, और नाल ही साइटोप्लाज्म ਦੇ ਵਿੱਚ ਜਿਹੜੇ ਸੈਂਟਰੀਓਲਸ ਹੁੰਦੇ, ਹੁਣ ਸੈਂਟਰੀਓਲਸ ਇੱਕ ਇਸ ਤਰੀਕੇ ਨਾਲ ਹੁੰਦਾ, ਇੱਕ ਇੱਦਾਂ ਬਣਿਆ ਹੁੰਦਾ, ਠੀਕ ਹੈ, ਉਹਦੇ ਆਸ-ਪਾਸ ਇਸ ਤਰੀਕੇ ਨਾਲ ਬਣੀਆਂ ਹੁੰਦੀਆਂ, ਸਪੋਕਸ ਟਾਈਪ ਬਣੇ ਹੁੰਦੇ ਹੈਗੇ ਆ, ਠੀਕ ਹੈ। ਇਹੀ ਜਿਹੜੇ ਹੁੰਦੇ ਆ ਇਹ ਨਿਊਕਲੀਅਸ ਦੇ ਆਸ-ਪਾਸ ਪ੍ਰੈਜ਼ੈਂਟ ਹੁੰਦੇ, ਇਹਨਾਂ ਦੇ ਕਰਕੇ ਹੀ ਸਪਿੰਡਲ ਫਾਈਬਰਸ ਇਸ ਤਰੀਕੇ ਨਾਲ ਬਣਦੇ ਔਰ ਕ੍ਰੋਮੋਸੋਮਸ ਇਹਨਾਂ ਦੇ ਵਿੱਚ ਅਲਾਈਨ ਹੋ ਪਾਉਂਦੇ, ਇਕੱਠੇ ਹੋ ਪਾਉਂਦੇ ਆ, ਠੀਕ ਹੈ। फिर है G2 फेज़। G2 फेज़ च की हुंदा आ, सैल ग्रोथ फेज़, सॉरी सैकेंड ग्रोथ फेज़ इनू कहा जाता है, ठीक है। सैल ये ग्रो करता रहता, DNA रेप्लीकेट हो गया, उस तो बाद की होएगा, सैल फिर भी ग्रो करता रहेगा। दैन RNA और प्रोटीन होर बनेगा, ज़्यादा बनेगा, ताकि अगे क्रोमैटिन फाइबर्स तो क्रोमोसोम बन सकन और उन्होंने एनर्जी मिल सके। फिर है सैल इज़ प्रिपेयर्ड फॉर माइटोसिस, सैल तैयार है हुण माइटोसिस करने के लिए, ठीक है। नैक्सट आ जाता है माइटोसिस फेज़, ठीक है, एम फेज़ जिन्होंने कहा जाता है। हुण एम फेज़ दे विच की हैगा आ, असल च जिहड़ी सैल दी डिवीज़न है, मतलब एक सैल हैगा फिलहाल इंटरफेस दे विच, तां इस सैल च जो चल रहा सी, ठीक है। हुण माइटोसिस च जाके डिवाइड हो जाणगे, पहले ही नहीं डिवाइड हो जाणगे। माइटोसिस दे विच 4 फेज़ हुंदे, उन्हां च धीरे धीरे जिहड़े ये हैगे आ एंड च जाके अपनी साइटोकाइनेसिस कॉज करके 2 सैल बना दिंदे एक सैल तो। हुण ह्यूमन सैल साइकल दे विच इट लास्ट फॉर ओनली एन आर, 1 घंटे दे विच माइटोसिस हो जाती, बाकी दे 23 घंटे कित्थे लगदे, 23 कित्थे लगदे हैगे आ इंटरफेस दे विच। सो एम फेज़ इनकलूड द कैरियोकाइनेसिस एंड द साइटोकाइनेसिस। इहदे बारे आपां पहलां भी गल कर चुके हैं कि अगर तो न्यूक्लियस ही डिवाइड कर रहा हैगा तो उन्होंने असीं बोलदे कैरियोकाइनेसिस, ठीक है। अगर साइटोप्लाज्म ही डिवाइड कर गया, मतलब 2 नए सैल बन गए, तो उन्होंने असीं साइटोकाइनेसिस कहांगे, साइटोप्लाज्म की डिवीजन। नैक्सट है कि हुण ये जिहड़े सैल्स आ, कुछ सैल जिदा दे जिहड़े कि डिवीजन नहीं करते, उहदे विच हार्ट सैल्स हो गए, न्यूरॉन्स हो गए, ठीक है। इन्हां दी आपां गल करदे, पहले टॉपिक कंप्लीट कर लीए। नैक्सट है कि मैनी अदर सैल्स डिवाइड ओनली ओकेजनली टू रिप्लेस द डैमेज और डैड सैल्स। कई सैल्स कुछ हद तक ही हुंदे हैगे आ, रिप्लेस हुंदे हैगे आ। फिर है कि द सैल्स दैट डू नॉट डिवाइड फर्दर एग्जिस्ट G1 फेज़ एंड एंटर इनटू इनएक्टिव स्टेज कॉल्ड द क्विजेंट फेज़, Z0 फेज़, ठीक है। हुण कहंदे जिद्दां कि हर एक सैल जिहड़ा हैगा वो मतलब प्रिपेयर नहीं होएगा, हर सैल डिवाइड करने के लिए तैयार नहीं होएगा। जिहड़ा सैल डिवीजन के लिए तैयार नहीं है वो कित्थे चला जाएगा, वो Z0 फेज़ च चला जाएगा, बाहर चला जाएगा G0 फेज़ दे विच, ठीक है। G0 फेज़ नूं असीं बोले क्विजेंट फेज़। और ये सैल जिहड़ा हैगा ना ही अगे डिवाइड हो सकता हैगा, ना ही फर्दर वो मतलब मैटाबॉलिकली एक्टिव हो सकता है, ठीक है। उन्होंने आप कह देंगे क्विजेंट फेज़। ये बनया होया क्विजेंट फेज़, ठीक है, G0 फेज़ बनया। हुण जिद्दां कि G1 फेज़ चो सैल निकल गया, ठीक है, सैल प्रिपेयर हो रहा डिवीजन के लिए, एस फेज़ च चला गया, DNA रेप्लीकेट हो गया, G2 फेज़ के चला गया, होर प्रोटीन बनाएगा, मेटा फेज़ चला गया, डिवाइड हो गया, ठीक है। हुण डिवाइड होकर जो 2 नए सैल बने, उन्होंने अगर ये सैल अगे जोड़ा है वो डिवाइड नहीं हो सकता या मैटाबॉलिकली एक्टिव नहीं हैगा, तो वो G1 फेज़ जान दी जाएगा, कितने चले जाएगा, बाहर निकल जाएगा, G0 फेज़ चले जाएगा। फिर वो पूरी प्रोसैस नहीं होएगी, ठीक है। वो G0 फेज़ में असीं बोल देंगे क्विजेंट फेज़, ठीक है। और एक होर इंपॉर्टेंट चीज़ है हुण कि जिद्दां इन्हां ने इत्थे दस्सिया होया कि सारे सैल्स जिहड़े ओह डिवाइड नहीं करते, जरूरी नहीं है कि पूरे बॉडी सैल्स ही डिवाइड करनगे, उन्हां दे विच ग्रोथ होएगी। जिद्दां कि कुछ सैल्स या कुछ टिश्यूज़ की आपां गल कर लीए, ठीक है। 3 तरह दे हुंदे आ, एक हुंदे हैगे आ लेबाइल टिशू, ठीक है। दूसरे हुंदे हैगे आ स्टेबल, तीसरे हुंदे हैगे आ परमानेंट टिशू, ठीक है। 3 तरह के टिशूज़ होंगे आ। लेबाइल टिशू जिहड़ा हैगा ये लगातार डिवाइड करता ही रहिंदा आ, ठीक है। वो टिशू या वो सैल जिहड़े कि डिवाइड करते ही रहंदे आ, अगले साइकल्स अपने कंप्लीट करते रहंदे आ, ग्रोथ करते रहंदे, उन्हां नूं असीं बोलदे आ लेबाइल सैल्स या लेबाइल टिशूज़ बोलदे आ। जिद्दां कि
ਸਕਿਨ ਸੈਲਸ ਹੋ ਗਏ, RBCs ਜਾਂ WBCs ਹੋ ਗਏ, ਠੀਕ ਹੈ। ਕੁਛ ਹੁੰਦੇ ਹੈਗੇ ਆ ਸਟੇਬਲ ਟਿਸ਼ੂਜ਼, ਸਟੇਬਲ ਸੈਲ ਜਾਂ ਸਟੇਬਲ ਟਿਸ਼ੂਜ਼, ਉਹ ਸੈਲ ਜਾਂ ਟਿਸ਼ੂਜ਼ ਜਿਹੜੇ ਕਿ ਥੋੜ੍ਹੇ ਟਾਈਮ ਦੇ ਲਈ ਹੀ ਡਿਵਾਈਡ ਥੋੜ੍ਹੇ ਟਾਈਮ ਲਈ ਰੁਕ ਜਾਂਦੇ ਆ, ਬਟ ਜਦੋਂ ਵੀ ਇਹਨਾਂ ਦੀ ਜ਼ਰੂਰਤ ਹੋਏ ਡਿਵੀਜ਼ਨ ਦੀ ਤਾਂ ਇਹ ਡਿਵਾਈਡ ਕਰਨਾ ਸਟਾਰਟ ਕਰ ਦਿੰਦੇ ਆ, ਠੀਕ ਹੈ। ਮਤਲਬ ਜਿਹੜੀ ਜ਼ਰੂਰਤ ਪੈਣ 'ਤੇ ਹੀ ਡਿਵਾਈਡ ਕਰਦੇ ਉਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਸਟੇਬਲ ਟਿਸ਼ੂਜ਼ ਜਾਂ ਸਟੇਬਲ ਸੈਲਸ। ਥਰਡ ਟਾਈਪ ਦੇ ਹੁੰਦੇ ਪਰਮਾਨੈਂਟ, ਜਿਹੜੇ ਕਦੀ ਵੀ ਡਿਵਾਈਡ ਨਹੀਂ ਹੁੰਦੇ, ਜਦੋਂ ਇੱਕ ਵਾਰ ਬਣ ਗਏ ਫਿਰ ਕਦੀ ਵੀ ਉਹਨਾਂ ਨੇ ਡਿਵਾਈਡ ਨਹੀਂ ਹੋ ਪਾਉਣਾ ਹੈਗਾ, ਚਾਹੇ ਉਹਨਾਂ ਦੀ ਜ਼ਰੂਰਤ ਵੀ ਹੋਏ, ਠੀਕ ਹੈ। ਹੁਣ ਜਿੱਦਾਂ ਕਿ ਨਿਊਰੋਨਸ ਹੋ ਗਏ ਜਾਂ ਹਾਰਟ ਸੈਲਸ ਹੋ ਗਏ, ਇੱਕ ਵਾਰ ਜਦੋਂ ਐਂਬਰੀਓ ਸਟੇਜ ਦੇ ਵਿੱਚ ਇਹ ਬਣ ਗਏ ਉਸ ਤੋਂ ਬਾਅਦ ਇਹ ਉਹੀ ਰਹਿੰਦੇ ਹੈਗੇ ਸੈਲਸ, ਕਦੀ ਵੀ ਫਰਦਰ ਡਿਵਾਈਡ ਨਹੀਂ ਕਰ ਪਾਉਂਦੇ। ਹੁਣ ਅਗਰ ਕਿਸੇ ਦੀ ਜਿਹੜੀ ਹੈਗੀ ਬ੍ਰੇਨ 'ਚ ਚੋਟ ਲੱਗ ਜਾਏ, ਇੰਜਰੀ ਹੋ ਜਾਏ ਅਤੇ ਨਿਊਰੋਨਸ ਡੈਮੇਜ ਹੋ ਜਾਣ, ਹੁਣ ਉਹ ਨਿਊਰੋਨਸ ਕਦੀ ਵੀ ਦੁਬਾਰਾ ਨਹੀਂ ਬਣਦੇ ਹੈਗੇ, ਉਸ ਪਰਸਨ ਨੂੰ ਉੱਦਾਂ ਦੀ ਹਾਲਤ 'ਚ ਹੀ ਰਹਿਣਾ ਪਏਗਾ, ਨਿਊਰੋਨਸ ਕਦੀ ਨਹੀਂ ਬਣਨਗੇ, ਹਾਰਟ ਸੈਲਸ ਕਦੀ ਨਹੀਂ ਬਣਨਗੇ। ਸੋ ਪਰਮਾਨੈਂਟ ਟਿਸ਼ੂਜ਼ ਜਿਹੜੇ ਉਹ ਕਦੀ ਵੀ ਨਹੀਂ ਬਣਦੇ, ਸਟੇਬਲ ਟਿਸ਼ੂਜ਼ ਜ਼ਰੂਰਤ ਪੈਣ 'ਤੇ ਬਣਦੇ ਆ, ਔਰ ਲੇਬਾਈਲ ਟਿਸ਼ੂਜ਼ ਇਹ ਜਿਹੜੇ ਹੈਗੇ ਆ ਇਹ ਗਰੋ ਕਰਦੇ ਹੀ ਰਹਿੰਦੇ ਆ, ਔਰ ਸੈਲ ਸਾਈਕਲ ਇਹਨਾਂ ਦੇ ਵਿੱਚ ਚੱਲਦਾ ਹੀ ਰਹਿੰਦਾ ਹੈਗਾ, ਡਿਵਾਈਡ ਕਰਦੇ ਰਹਿੰਦੇ ਆ, ਠੀਕ ਹੈ। ਸੋ ਇਹ ਸੀ ਆਪਣੇ ਸੈਲ ਸਾਈਕਲ ਦਾ ਇੰਟਰਫੇਜ਼ ਸੀ ਮੇਨ, ਔਰ ਮਾਈਟੋਸਿਸ ਫੇਜ਼ ਦੀ ਆਪਾਂ ਇਹਦੇ ਵਿੱਚ ਗੱਲ ਕੀਤੀ। ਨੈਕਸਟ ਫੇਜ਼ ਦੇ ਵਿੱਚ ਆਪਾਂ ਪ੍ਰੋਪਰ ਮਾਈਟੋਸਿਸ ਔਰ ਉਹਦੀਆਂ ਸਿਗਨੀਫਿਕੈਂਸ ਦੀ ਗੱਲ ਕਰਾਂਗੇ। So thanks for watching the video.